ਲੱਖੇ ਸਿਧਾਣੇ ਦੀ ਗੱਲ ਬਹੁਤ ਛੋਟੀ। ਜਦੋਂ ਐਡਾ ਵੱਡਾ ਅੰਦੋਲਨ ਚੱਲ ਰਿਹਾ ਹੋਵੇ ਤੇ ਐਡੇ ਵੱਡੇ ਮੁੱਦੇ ਤੇ ਅਸੀਂ ਭਾਰਤ ਨੂੰ ਬੰਦ ਕਰਨ ਜਾ ਰਹੇ ਹੋਈਏ ਤੇ ਐਡੇ ਰੁਝੇਵੇਂ 'ਚ ਅਸੀਂ ਕਿਤੇ ਛੋਟੇ ਇੱਕ ਵਿਅਕਤੀ ਦੇ ਮਸਲੇ ਤੇ ਕਿਵੇਂ ਅਸੀਂ ਟਾਈਮ ਖਰਾਬ ਕਰ ਸਕਦੇ। ਅਸੀਂ KMP ਵੀ ਜਾਮ ਕੀਤਾ ਸੀ, ਉਦੋਂ ਵੀ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ ਕਿ ਇਸ ਤੋਂ ਬਾਅਦ ਸਰਕਾਰ ਹਿੱਲੇਗੀ। ਕਿੰਨਾ ਕੁ ਆਸਾਂ ਆ ਹੁਣ ਕੱਲ ਦੇ ਬੰਦ ਤੋਂ ਕਿ ਸਰਕਾਰ ਝੁਕੇਗੀ? ਅਸੀਂ ਸਟੈਪ ਤਾਂ ਉਹਨੂੰ ਜਗਾਉਣ ਵਾਸਤੇ ਸਾਰੇ ਉਪਰਾਲੇ ਕਰ ਰਹੇ। ਕਿਸਾਨ ਅੰਦੋਲਨ ਦੇ ਨਾਲ ਮਹਿੰਗਾਈ ਦਾ ਗੁੱਸਾ ਹੈ। ਡੀਜ਼ਲ, ਪੈਟਰੋਲ, ਗੈਸ ਕੀਮਤਾਂ ਬਹੁਤ ਵੱਧ ਰਹੀਆਂ ਨੇ। ਲੋਕਾਂ ਦਾ ਜੀਵਨ ਇਹਨਾਂ ਨੇ ਬਹੁਤ ਦੁਖੀ ਕੀਤਾ ਹੋਇਆ ਹੈ। ਵੀ ਇਹ ਜਿਹੜਾ ਬੰਦ ਹੈ ਇਹ ਇਤਿਹਾਸਕ ਹੋਊਗਾ ਔਰ ਇਸ ਬੰਦ ਤੋਂ ਪਿੱਛੋਂ ਸਰਕਾਰ ਦੀਆਂ ਚੋਣਾਂ ਹੱਲ ਜਾਣਗੀਆਂ। ਪੂਰੇ ਦੇਸ਼ ਵਿੱਚ ਆਉਣ ਵਾਲੇ ਸਮੇਂ ਵਿੱਚ BJP ਇਹ ਤਾਂ ਕਿਸਾਨਾਂ ਦਾ ਸਫਾਇਆ ਕਰਨਾ ਚਾਹੁੰਦਾ ਹੈ। ਅਸੀਂ BJP ਦਾ ਸਫਾਇਆ ਰਾਜਨੀਤਿਕ ਕਰਕੇ ਦਮ ਲਵਾਂਗੇ। ਇਹ ਹੁਣ ਦੇਸ਼ ਨੂੰ ਬਚਾਉਣ ਵਾਲਾ ਮਸਲਾ ਹੈ ਔਰ ਇਹ ਮਸਲਾ ਇੰਨਾ ਵਿਸਫੋਟਕ ਰੂਪ ਧਾਰ ਗਿਆ। ਕੱਲ੍ਹ ਦਾ ਬੰਦ ਸਾਬਤ ਕਰ ਦੂਗਾ ਵੀ ਲੋਕ ਤਰ੍ਹਾਂ ਕਰ 5-7% ਅਸੀਂ ਸਮਝਦੇ ਹਾਂ BJP ਦੀ ਵਿਚਾਰਧਾਰਾ ਦੇ ਬੰਦੇ ਹਾਲੇ ਵੀ ਦਿਨ ਨੂੰ ਰਾਤ ਕਹਿਣਗੇ, ਪਰ ਜਿਹੜੇ ਜਾਗਰਤ ਲੋਕ ਨੇ ਜਿਨ੍ਹਾਂ ਦਾ ਭਵਿੱਖ ਖਤਰੇ ਵਿੱਚ ਹੈ ਉਹ ਇਸ ਕਿਸਾਨ ਅੰਦੋਲਨ ਦਾ ਹਿੱਸਾ ਕੱਲ੍ਹ ਨੂੰ ਬਣ ਜਾਣਗੇ। ਕਣਕ ਦੀ ਵਾਢੀ ਵੀ ਆ ਰਹੀ ਹੈ, ਪੰਜਾਬ ਦੀ ਮੇਨ ਫਸਲ ਮੰਨੀ ਜਾਂਦੀ ਹੈ ਵਾਢੀ, ਤੇ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਸੰਘਰਸ਼ ਦੇ ਵਿੱਚ ਵੀ ਸ਼ਾਮਲ ਹੋਣ ਤੇ ਆਪਣੀ ਫਸਲ ਵੀ? ਇੱਕ ਪਿੰਡ ਤੋਂ 100 ਬੰਦਾ ਆ ਜਾਂਦਾ ਸੀ, 50 ਬੰਦੇ ਆ ਜਾਂਦੇ। ਸਾਨੂੰ ਸੰਭਾਲਣ ਵਿੱਚ ਲੰਗਰਾਂ ਵਿੱਚ ਮੁਸ਼ਕਲ ਆਉਂਦੀ ਸੀ। ਅਸੀਂ ਸਿਸਟਮ ਹੀ ਐਸਾ ਬਣਾਤਾ, ਸਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਵਾਢੀ ਦੀ ਨਾ ਇੱਥੋਂ ਰਹਿਣ ਸਹਿਣ ਦੀ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ TV ਤੇ ਮੈਂ ਅਮਰੀਕ ਕੁਮਾਰ। ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਦੀ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ। ਸਾਡੇ ਨਾਲ ਨੇ ਸਤਨਾਮ ਸਿੰਘ ਜੀ, ਨਾਲ ਤੋਂ ਵੀ ਪੁੱਛਦੇ ਹਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਨੇ। ਸਤਨਾਮ ਸਿੰਘ ਜੀ, 26 ਤਰੀਕ ਦੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ, ਕਿਸ ਤਰ੍ਹਾਂ ਦੀਆਂ ਤਿਆਰੀਆਂ ਪੂਰੀਆਂ ਨੇ। ਕੱਲ੍ਹ ਅਸੀਂ ਮੀਟਿੰਗ ਕੀਤੀ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਕਿਸਾਨ ਜਥੇਬੰਦੀਆਂ ਨੇ। ਅਸੀਂ ਜੋ ਰਿਪੋਰਟ ਲਈ ਕੱਲ੍ਹ, ਪੂਰੇ ਦੇਸ਼ ਦੇ ਵਿੱਚ ਬਹੁਤ ਗੁੱਸਾ ਹੈ ਲੋਕਾਂ ਨੂੰ। ਕਿਸਾਨ ਅੰਦੋਲਨ ਦੇ ਨਾਲ ਮਹਿੰਗਾਈ ਦਾ ਗੁੱਸਾ ਹੈ। ਡੀਜ਼ਲ, ਪੈਟਰੋਲ, ਗੈਸ ਕੀਮਤਾਂ ਬਹੁਤ ਵੱਧ ਰਹੀਆਂ ਨੇ। ਲੋਕਾਂ ਦਾ ਜੀਵਨ ਇਹਨਾਂ ਨੇ ਬਹੁਤ ਦੁਖੀ ਕੀਤਾ ਹੋਇਆ ਹੈ। ਜਨਤਾ ਪੂਰੀ ਕਿਸਾਨ ਸੰਯੁਕਤ ਮੋਰਚੇ ਨਾਲ ਜੁੜ ਗਈ ਔਰ ਜਿਹੜਾ ਕੱਲ੍ਹ ਦਾ ਭਾਰਤ ਬੰਦ ਹੈ, ਚਿੜੀ ਨਹੀਂ ਫੜ ਕੇ ਕਿ ਇੰਨਾ ਗੁੱਸਾ ਹੈ ਲੋਕਾਂ 'ਚ। ਅਸੀਂ ਤਾਂ ਨਹੀਂ ਕਰਾਉਣਾ, ਲੋਕਾਂ ਨੇ ਆਪਣੇ ਆਪ ਕਰਨਾ ਹੈ। ਰੋਡ ਬੰਦ, ਦੁਕਾਨਾਂ ਬੰਦ, ਸਮੁੱਚਾ ਕਾਰੋਬਾਰ ਬੰਦ ਔਰ ਸਾਰੀਆਂ ਟ੍ਰੇਡ ਯੂਨੀਅਨਾਂ, ਭਾਵੇਂ ਉਹ ਕਿਸੇ ਰੇਲਵੇ ਦੀ ਹੈ, ਕਿਸੇ ਤਰ੍ਹਾਂ ਦੀਆਂ ਵੀ ਸੰਸਥਾਵਾਂ ਨੇ, ਵਿੱਦਿਅਕ ਸੰਸਥਾਵਾਂ ਨੇ, ਮਹਿਕਮੇ ਦੀਆਂ ਸੰਸਥਾਵਾਂ ਨੇ, ਸਾਰਿਆਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਔਰ ਬਹੁਤ ਵੱਡਾ ਸਾਨੂੰ ਇਸ ਬੰਦ ਨੇ ਵਿਸ਼ਵਾਸ 'ਚ ਲਿਆ ਹੈ ਵੀ ਇਹ ਜਿਹੜਾ ਬੰਦ ਹੈ ਇਹ ਇਤਿਹਾਸਕ ਹੋਊਗਾ ਔਰ ਇਸ ਬੰਦ ਤੋਂ ਪਿੱਛੋਂ ਸਰਕਾਰ ਦੀਆਂ ਚੋਣਾਂ ਹੱਲ ਜਾਣਗੀਆਂ ਔਰ ਮੋਦੀ ਨੂੰ ਕੋਈ ਹੋਰ ਰਸਤਾ ਨਹੀਂ। ਸੰਯੁਕਤ ਕਿਸਾਨ ਮੋਰਚੇ ਨਾਲ ਟੇਬਲ 'ਤੇ ਬਹਿ ਕੇ ਗੱਲ ਕਰਨੀ ਪਏਗੀ ਔਰ ਗੱਲ ਕੋਈ ਸੌਦਾਬਾਜ਼ੀ ਨਹੀਂ ਹੋਵੇਗੀ। ਇਹ ਤਾਂ ਜਿਹੜੇ 3 ਕਿਸਾਨਾਂ ਦੇ ਮੌਤ ਦੇ ਵਾਰੰਟ ਨੇ, ਖੇਤੀ ਨੂੰ ਤਬਾਹ ਕਰਨ ਵਾਲੇ, ਜ਼ਮੀਨਾਂ 'ਤੇ ਕਬਜ਼ੇ ਕਾਰਪੋਰੇਟ ਘਰਾਣਿਆਂ ਦੇ ਕਰਾਉਣ ਵਾਲੇ, ਉਹ ਵਾਪਸ ਲੈਣੇ ਪੈਣਗੇ। MSC ਦਾ ਕਾਨੂੰਨ ਬਣਾਉਣਾ ਪਏਗਾ। ਬਿਜਲੀ ਸੋਧ ਬਿੱਲ ਜਿਹੜਾ ਇਹ ਲੈ ਕੇ ਆਏ ਨੇ ਬੜਾ ਮਾਰੂ ਹੈ ਦੇਸ਼ ਵਾਸਤੇ, ਉਹ ਵਾਪਸ ਲੈਣਾ ਪਏਗਾ। ਪਰਾਲੀ ਦਾ ਜਿਹੜਾ ਬਹੁਤ ਭਿਆਨਕ ਕਾਨੂੰਨ ਉਹਨਾਂ ਬਣਾਇਆ ਹੈ, 1 ਕਰੋੜ ਰੁਪਈਆ ਜੁਰਮਾਨਾ ਔਰ 5 ਸਾਲ ਦੀ ਕੈਦ, ਇਹ ਸਾਰੇ ਇਹਨਾਂ ਨੂੰ ਜਿਹੜੇ ਮੁੱਦੇ ਨੇ ਇਹ ਵਾਪਸ ਲੈਣੇ ਪੈਣਗੇ। ਪਰ ਅਸੀਂ ਜੋ ਪਿਛਲੇ ਦਿਨ ਹੀ ਵੇਖਿਆ, ਇਹ ਕਿਸਾਨ ਅੰਦੋਲਨ ਐਡਾ ਇਤਿਹਾਸਕ ਅੰਦੋਲਨ ਹੈ, ਉਹਦੀ ਨਾ ਪਰਵਾਹ ਕਰਦਿਆਂ ਕਰਨਾਟਕਾ ਵਿੱਚ ਹੁਣੇ ਇੱਕ ਹੋਰ ਕਾਨੂੰਨ ਲੈ ਕੇ ਆਏ ਨੇ। ਕਿਸਾਨਾਂ ਦਾ ਜਿਹੜਾ ਖੇਤੀ ਨਾਲ ਜੁੜਿਆ ਸਹਾਇਕ ਕਾਰੋਬਾਰ ਹੈ, ਪਸ਼ੂ ਧਨ, ਦੁੱਧ, ਪਸ਼ੂ ਪਾਲਣੇ, ਵੱਛੇ ਕੱਟੀਆਂ ਪਾਲ ਕੇ ਅੱਗੇ ਵੇਚਣੇ, ਉਹ ਸਾਰਾ ਠੱਪ ਕਰਕੇ ਉਹਨਾਂ ਨੇ ਰੱਖਤਾ। ਐਡਾ ਖਤਰਨਾਕ ਕਾਨੂੰਨ ਬਣਾਇਆ ਹੈ ਵੀ ਉਹ ਕਿਸਾਨ ਘਰ ਤੋਂ ਬਾਹਰ ਪਸ਼ੂ ਕਿਤੇ ਹੋਰ ਲਿਜਾ ਨਹੀਂ ਸਕਦਾ, ਦੂਜੇ ਸੂਬੇ 'ਚ ਨਹੀਂ ਜਾ ਸਕਦਾ, ਕਿਤੋਂ ਖਰੀਦ ਕੇ ਨਹੀਂ ਲਿਆ ਸਕਦਾ। ਔਰ ਪਹਿਲੋਂ ਕਾਨੂੰਨ ਤਾਂ ਉਹਨਾਂ ਨੇ ਪਹਿਲੋਂ ਬਣਾਇਆ ਸੀ, ਪਹਿਲੋਂ 12 ਸਾਲ ਦਾ ਪਸ਼ੂ ਹੁੰਦਾ ਸੀ, ਉਹ ਕਿਸੇ ਨਾ ਕਿਸੇ ਪਾਸੇ ਧੱਕਿਆ ਜਾਂਦਾ ਸੀ। ਉਹ ਹੁਣ ਪਸ਼ੂ ਕਿੱਲੇ 'ਤੇ ਹੀ ਮਰੇਗਾ, ਭਾਵੇਂ ਉਹ ਬਿਮਾਰ ਹੈ, ਭਾਵੇਂ ਉਹਦੀ ਸਿਹਤ ਖਰਾਬ ਹੈ। ਔਰ ਕਿਸਾਨ ਤਾਂ ਖੇਤੀ ਕਾਰੋਬਾਰ ਦੇ ਨਾਲ ਪਸ਼ੂ ਧਨ ਜਿਹੜਾ ਡੇਅਰੀ ਫਾਰਮਰ ਸਾਡਾ ਕਾਰੋਬਾਰ ਸੀ, ਉਹਨਾਂ ਵੀ ਕਰਨਾਟਕਾ ਤੋਂ ਸ਼ੁਰੂ ਕਰ ਲਿਆ BJP ਦੀ ਸਰਕਾਰ ਨੇ। ਹੋ ਸਕਦਾ ਛੇਤੀ ਕਿਤੇ ਪਾਰਲੀਮੈਂਟ 'ਚ ਫਿਰ ਲੈ ਕੇ ਨਾ ਆ ਜਾਣ। ਸਿਰਫ ਸਮੁੱਚਾ ਇਸ ਖੇਤੀ ਕਾਰੋਬਾਰ ਨੂੰ ਤਬਾਹ ਕਰਨ ਵਾਸਤੇ ਜਿਸ ਤਰ੍ਹਾਂ ਇਹ ਹੱਥ ਧੋ ਕੇ ਸਾਡੇ ਪਿੱਛੇ ਇਹ ਪ੍ਰਧਾਨ ਮੰਤਰੀ ਪਿਆ ਹੈ, ਅਸੀਂ ਵੀ ਮਨ ਬਣਾ ਲਿਆ ਹੈ
ਸੰਯੁਕਤ ਕਿਸਾਨ ਮੋਰਚੇ ਨੇ ਦੇਸ਼ ਦੇ ਲੋਕਾਂ ਨੂੰ ਰਾਜਨੀਤਿਕ ਚੇਤਨਾ ਪੈਦਾ ਕਰਨ ਵਾਸਤੇ ਇੱਕ ਮੁਹਿੰਮ ਸ਼ੁਰੂ ਕਰਨ ਲਈ 5 ਸੂਬਿਆਂ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਨੇ ਉੱਥੋਂ ਸ਼ੁਰੂ ਕਰਕੇ ਅਸੀਂ ਪੂਰੇ ਦੇਸ਼ ਵਿੱਚ ਆਉਣ ਵਾਲੇ ਸਮੇਂ ਵਿੱਚ ਬੀਜੇਪੀ ਇਹ ਤਾਂ ਕਿਸਾਨਾਂ ਦਾ ਸਫਾਇਆ ਕਰਨਾ ਚਾਹੁੰਦਾ ਹੈ, ਅਸੀਂ ਬੀਜੇਪੀ ਦਾ ਸਫਾਇਆ ਰਾਜਨੀਤਿਕ ਕਰਕੇ ਦਮ ਲਵਾਂਗੇ। ਸਤਨਾਮ ਸਿੰਘ ਜੀ, ਟਾਈਮ ਟੂ ਟਾਈਮ ਕਾਲ ਦਿੱਤੀ ਜਾਂਦੀ ਆ ਸੰਯੁਕਤ ਕਿਸਾਨ ਮੋਰਚੇ ਵੱਲੋਂ, ਪਰ ਦੇਖਿਆ ਜਾਵੇ ਇੱਕ ਪਾਸੇ ਤਾਂ ਜੋ ਮੀਟਿੰਗਾਂ ਦਾ ਦੌਰ ਆ ਉਹ ਖਤਮ ਹੋ ਚੁੱਕਾ ਆ। ਕੱਲ੍ਹ ਇੱਕ ਸੈਂਟਰ ਸਰਕਾਰ ਵੱਲੋਂ ਹੋਰ ਮਤਾ ਪਾਸ ਕੀਤਾ ਗਿਆ, ਬਿੱਲ ਪਾਸ ਕੀਤਾ, ਜਿਹਦੇ ਵਿੱਚ ਪਹਿਲਾਂ ਜੀ ਨਵੀਂ 4% ਸੀ ਕਣਕ ਦੇ ਵਿੱਚ, 2% ਕਰਤੀ। ਇਸ ਤਰ੍ਹਾਂ ਦੇ ਕਈ ਅਹਿਮ ਫੈਸਲੇ ਲਏ ਗਏ ਆ, ਇਹਨੂੰ ਕਿੱਦਾਂ ਦੇਖਦੇ ਹੋ? ਨਹੀਂ, ਉਹ ਤਾਂ ਕਿਸਾਨ ਮਾਰੂ ਜਦੋਂ ਹੱਥ ਧੋ ਕੇ ਹੀ ਬੰਦਾ ਪੈ ਜਾਏ, ਉਹ ਤਾਂ ਫਿਰ ਬਹੁਤ ਸਾਰਾ ਜਿੱਥੇ ਜਿੱਥੇ ਉਹਨੂੰ ਠੀਕ ਲੱਗੇ ਸਾਨੂੰ ਚੋਟ ਮਾਰਦੀ ਉਹ ਮਾਰੇਗਾ। ਪਰ ਅਸੀਂ ਸੁਚੇਤ ਹਾਂ, ਬਹੁਤ ਸਾਰੇ ਪੰਜਾਬ ਦਾ ਮੁੱਖ ਮੰਤਰੀ ਵੀ ਸੁਚੇਤ ਹੈ ਇਸ ਮਸਲੇ 'ਤੇ, ਉਹਦਾ ਵੀ ਬਿਆਨ ਅੱਜ ਆਇਆ ਵੀ ਮੈਂ ਕਿਸੇ ਵੀ ਕੀਮਤ 'ਤੇ ਇਹ ਜਿਹੜੇ ਕਿਸਾਨ ਵਿਰੋਧੀ ਨੀਤੀਆਂ ਨੇ ਮੈਂ ਕਿਸੇ ਵੀ ਆਪਦੇ ਸੂਬੇ ਦੇ ਵਿੱਚ ਨਹੀਂ ਲਾਗੂ ਕਰਾਂਗਾ। ਅਸੀਂ ਜਿਹੜਾ ਕੋਈ ਸਾਡੀ ਪਿੱਠ 'ਤੇ ਆਉਂਦਾ ਹੈ, ਭਾਵੇਂ ਉਹਨੇ ਬੀਜੇਪੀ ਦੇ ਕੋਈ ਰਾਜਨੀਤਿਕ ਤਾਕਤ ਲਈ ਕੋਈ MP ਬੋਲਦਾ ਹੈ ਬੀਜੇਪੀ ਦਾ, ਸਾਡਾ ਕਿਸੇ ਨਾਲ ਜਾਤੀ ਵਿਰੋਧ ਨਹੀਂ ਹੈਗਾ ਸੰਯੁਕਤ ਕਿਸਾਨ ਮੋਰਚੇ ਦਾ। ਇਹ ਤਾਂ ਆਰਥਿਕ ਮਸਲਾ ਹੈ ਔਰ ਦੇਸ਼ ਨੂੰ ਚਲਾਉਣ ਵਾਸਤੇ ਖੇਤੀ ਕਾਰੋਬਾਰ ਹੀ ਸਭ ਤੋਂ ਵੱਡਾ ਕਾਰੋਬਾਰ ਹੈ। ਦੁਨੀਆ ਵਿੱਚ ਭਾਰਤ ਦੇਸ਼ ਖੇਤੀ ਵਾਲਾ ਮੰਨਿਆ ਜਾਂਦਾ ਹੈ ਔਰ ਭਾਰਤ ਦੇ ਵਿੱਚੋਂ ਪੰਜਾਬ ਦੀ ਜੇ ਗੱਲ ਕਰਾਂ ਤਾਂ ਖੇਤੀ ਪ੍ਰਧਾਨ ਦੇ ਵਜੋਂ ਜਾਣਿਆ ਜਾਂਦਾ। ਤਾਂ ਹੀ ਤਾਂ ਅਸੀਂ ਉੱਥੋਂ ਪ੍ਰਧਾਨ ਸੂਬੇ ਤੋਂ ਸ਼ੁਰੂ ਕਰਕੇ ਅੰਦੋਲਨ ਅੱਜ ਪੂਰੇ ਦੇਸ਼ ਦੇ ਕਿਸਾਨਾਂ ਨੂੰ ਲਾਮਬੰਦ ਕਰਨ 'ਚ ਅਸੀਂ ਕਾਮਯਾਬ ਹੋਏ ਹਾਂ। ਔਰ ਨਿਰਾ ਕਿਸਾਨਾਂ ਦੇ ਕਾਮਯਾਬ ਵਾਲਾ ਮਸਲਾ ਨਹੀਂ ਹੈਗਾ ਇਹ ਹੁਣ ਦੇਸ਼ ਨੂੰ ਬਚਾਉਣ ਵਾਲਾ ਮਸਲਾ ਹੈ। ਔਰ ਇਹ ਮਸਲਾ ਇੰਨਾ ਵਿਸਫੋਟਕ ਰੂਪ ਧਾਰ ਗਿਆ, ਕੱਲ੍ਹ ਦਾ ਬੰਦ ਸਾਬਤ ਕਰ ਦਊਗਾ ਵੀ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ। ਹਰ ਕਿੱਤਾ, ਹਰ ਕਾਰੋਬਾਰ ਨੂੰ ਖਤਰਾ ਆਪਣੇ ਸਿਰ 'ਤੇ ਮੰਡਰਾ ਰਿਹਾ ਹੈ ਵੀ ਜੇ ਕਿਸਾਨ ਅੰਦੋਲਨ ਨੂੰ ਕਿਸੇ ਤਰ੍ਹਾਂ ਦੀ ਸੱਟ ਵੱਜਦੀ ਹੈ, ਕਾਮਯਾਬ ਨਹੀਂ ਹੁੰਦਾ ਤਾਂ ਦੇਸ਼ ਨਹੀਂ ਬਚੂਗਾ। ਕਿਉਂਕਿ ਉਹ ਲੋਕ ਜਾਗ ਗਏ ਨੇ, ਉਹਨਾਂ ਨੂੰ ਹੁਣ ਆਇਆ ਜਿਵੇਂ ਪਹਿਲੋਂ ਲੋਕ ਜਾਂ ਹਰ ਕਾਰੋਬਾਰੀ ਕਿਸੇ ਰਾਜਨੀਤਿਕ ਪਾਰਟੀ ਦੀ ਛਤਰੀ ਥੱਲੇ ਕੰਮ ਕਰਦਾ ਸੀ ਵੀ ਇੱਥੋਂ ਸਾਨੂੰ ਇਨਸਾਫ ਮਿਲੇਗਾ ਜਾਂ ਇਹ ਸਾਨੂੰ ਕਿੱਤੇ ਨੂੰ ਕਾਰੋਬਾਰ ਨੂੰ ਪ੍ਰਫੁੱਲਤ ਕਰਨਗੇ। ਅੱਜ ਉਹ ਲੋਕ ਜਿਹੜੇ ਭਾਰਤ ਦੇ ਕਰੋੜਾਂ ਸਾਰਾ ਬੱਸੋਂ ਹੀ ਅਸੀਂ ਤਾਂ 5-7% ਅਸੀਂ ਸਮਝਦੇ ਹਾਂ ਬੀਜੇਪੀ ਦੀ ਵਿਚਾਰਧਾਰਾ ਦੇ ਬੰਦੇ ਹਾਲੇ ਵੀ ਦਿਨ ਨੂੰ ਰਾਤ ਕਹਿਣਗੇ, ਪਰ ਜਿਹੜੇ ਜਾਗਰਤ ਲੋਕ ਨੇ ਜਿਨ੍ਹਾਂ ਦਾ ਭਵਿੱਖ ਖਤਰੇ ਵਿੱਚ ਹੈ ਉਹ ਇਸ ਕਿਸਾਨ ਅੰਦੋਲਨ ਦਾ ਹਿੱਸਾ ਕੱਲ੍ਹ ਨੂੰ ਬਣ ਜਾਣਗੇ। ਮੀਟਿੰਗ ਦਾ ਦੌਰ ਚੱਲਦਾ ਸੀਗਾ, ਕੱਲ੍ਹ ਪਤਾ ਲੱਗਾ ਸੀ ਲੱਖੇ ਸਿਧਾਣੇ 'ਤੇ ਕੋਈ ਅਹਿਮ ਮੀਟਿੰਗ ਹੋਈ ਹੈ, ਸਾਡੇ ਦਰਸ਼ਕਾਂ ਨੂੰ ਦੱਸੋ ਕੀ ਮੀਟਿੰਗ ਹੋਈ, ਕੀ ਫੈਸਲੇ ਲੈ ਗਏ ਲੱਖੇ ਬਾਰੇ? ਕੱਲ੍ਹ ਦੀਆਂ ਮੀਟਿੰਗਾਂ ਦਾ ਤਾਂ ਮੁੱਖ ਏਜੰਡਾ ਤਾਂ ਭਾਰਤ ਬੰਦ ਦੀਆਂ ਰਿਪੋਰਟਾਂ ਸੀ। ਸਾਰੇ ਸੂਬਿਆਂ ਤੋਂ ਅਸੀਂ ਰਿਪੋਰਟਾਂ ਲਈਆਂ, ਬਹੁਤ ਰਿਪੋਰਟਾਂ ਜ਼ਬਰਦਸਤ ਆਈਆਂ, ਬਹੁਤ ਹੌਸਲਾ। ਜਿੱਥੇ ਕਿਤੇ ਕਮੀ ਪੇਸ਼ੀ ਸੀ ਅਸੀਂ ਉੱਥੋਂ ਦੇ ਲੋਕਲਾਂ ਲੀਡਰਾਂ ਟ੍ਰੇਡ ਯੂਨੀਅਨਾਂ ਨਾਲ ਸੰਪਰਕ ਰਾਤ ਬਣਾਇਆ ਹੈ ਔਰ ਅੱਜ ਸਾਰਾ ਦਿਨ ਸਾਡਾ ਉਹ ਸੰਪਰਕ ਮੁਹਿੰਮ ਹੈ ਉਹ ਬੰਦ ਪੂਰਾ ਹੋਵੇਗਾ। ਲੱਖੇ ਸਿਧਾਣੇ ਦੀ ਗੱਲ ਬਹੁਤ ਛੋਟੀ, ਜਦੋਂ ਐਡਾ ਵੱਡਾ ਅੰਦੋਲਨ ਚੱਲ ਰਿਹਾ ਹੋਵੇ ਅਤੇ ਐਡੇ ਵੱਡੇ ਮੁੱਦੇ 'ਤੇ ਅਸੀਂ ਭਾਰਤ ਨੂੰ ਬੰਦ ਕਰਨ ਜਾ ਰਹੇ ਹੋਈਏ ਅਤੇ ਐਡੇ ਰੁਝੇਵੇਂ 'ਚ ਅਸੀਂ ਕਿਤੇ ਛੋਟੇ ਇੱਕ ਵਿਅਕਤੀ ਦੇ ਮਸਲੇ 'ਤੇ ਕਿਵੇਂ ਅਸੀਂ ਟਾਈਮ ਖਰਾਬ ਕਰ ਸਕਦੇ? ਆਉਣ ਵਾਲੇ ਟਾਈਮ 'ਚ ਦੇਖ ਸਕਦੇ ਸੰਯੁਕਤ ਕਿਸਾਨ ਮੋਰਚੇ ਨਾਲ ਲੱਖੇ ਸਿਧਾਣੇ ਨੂੰ? ਨਹੀਂ, ਇਹ ਵੇਖ ਸਕਦੇ ਅੱਗੇ ਕੋਈ ਗੱਲ ਵੇਖੋ, ਕੋਈ ਵੀ ਤਸੱਲੀ ਨਾਲ ਕੋਈ ਬੰਦਾ ਫੈਸਲਾ ਨਹੀਂ ਕਰ ਸਕਦਾ ਇਹ ਨਹੀਂ ਹੋ ਸਕਦਾ। ਹਰ ਗੱਲ ਸੰਭਵ ਹੁੰਦੀ, ਹਰ ਗੱਲ ਸੰਭਵ ਹੁੰਦੀ, ਕਦੇ ਵੀ ਕੁਝ ਹੋ ਸਕਦਾ ਦੇਸ਼ ਵਿੱਚ। ਔਰ ਇਹ ਤਾਂ ਇੱਕ ਵਿਅਕਤੀ ਹੈ, ਕੋਈ ਸੰਸਥਾ ਤਾਂ ਨਹੀਂ ਨਾ ਹੈਗਾ, ਕੋਈ ਸੰਸਥਾ ਕੋਈ ਜਥੇਬੰਦਕ ਤਾਂ ਨਹੀਂ ਨਾ ਹੈ, ਇੱਕ ਵਿਅਕਤੀ ਹੈ। ਵਿਅਕਤੀ ਬਾਰੇ ਕੋਈ ਇੰਨਾ ਬਾਹਲਾ ਵਿਸਫੋਟਕ ਸਾਰਾ ਰੁਝੇਵਾਂ ਛੱਡ ਕੇ ਇੱਕ ਬੰਦੇ ਦੇ ਉੱਤੇ ਬਹਿ ਜਾਣਾ, ਇਹ ਤਾਂ ਸੰਯੁਕਤ ਕਿਸਾਨ ਮੋਰਚੇ ਨੂੰ ਆਗਿਆ ਨਹੀਂ ਦਿੰਦਾ ਇੰਨਾ ਰੁਝੇਵਾਂ। ਅਸੀਂ KMP ਵੀ ਜਾਮ ਕੀਤਾ ਸੀ, ਉਦੋਂ ਵੀ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਸੀ ਕਿ ਇਸ ਤੋਂ ਬਾਅਦ ਸਰਕਾਰ ਹਿੱਲੇਗੀ। ਕਿੰਨਾ ਕੁ ਆਸਾਂ ਆ ਹੁਣ ਕੱਲ੍ਹ ਦੇ ਬੰਦ ਤੋਂ ਕਿ ਸਰਕਾਰ ਝੁਕੇਗੀ? ਅਸੀਂ ਸਟੈਪ ਤਾਂ ਉਹਨੂੰ ਜਗਾਉਣ ਵਾਸਤੇ ਸਾਰੇ ਉਪਰਾਲੇ ਕਰ ਰਹੇ। ਅਸੀਂ ਕੱਲ੍ਹ ਦਿੱਲੀ ਪੂਰਨ ਬੰਦ ਹੋਊਗੀ, ਇਹ ਦਿੱਲੀ ਇੱਕ ਦੇਸ਼ ਦਾ ਧੁਰਾ ਹੈ, ਆਹ ਸਾਰਾ ਕਾਰੋਬਾਰ ਇੱਥੇ ਬੰਦ ਹੋਵੇਗਾ। ਜਿੰਨਾ ਆਲਾ ਦੁਆਲਾ ਬਾਜ਼ਾਰ ਹੈ ਅਗਬਗਾ, ਵੈਸੇ ਸਾਨੂੰ ਸਹਿਯੋਗ ਦੇਣ ਆ ਗਈਆਂ ਇਹਨਾਂ ਦੀਆਂ ਵਪਾਰਕ ਜਥੇਬੰਦੀਆਂ ਵੀ ਸਾਨੂੰ ਤੁਹਾਨੂੰ ਬੰਦ ਕਰਾਉਣ ਦੀ ਲੋੜ ਨਹੀਂ, ਅਸੀਂ ਆਪਣੇ ਆਪ ਹੀ ਘਰੋਂ 'ਚੋਂ ਨਹੀਂ ਨਿਕਲਣਾ। ਇੱਕ ਦਿਨ ਅਸੀਂ 6 ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੂਰਨ ਬੰਦ ਰਹੇਗਾ। ਕਣਕ ਦੀ ਵਾਢੀ ਵੀ ਆ ਰਹੀ ਹੈ, ਪੰਜਾਬ ਦੀ ਮੇਨ ਫਸਲ ਮੰਨੀ ਜਾਂਦੀ ਹੈ ਵਾਢੀ, ਤੇ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਸੰਘਰਸ਼ ਦੇ ਵਿੱਚ ਵੀ ਸ਼ਾਮਲ ਹੋਣ ਤੇ ਆਪਣੀ ਫਸਲ ਵੀ ਸਾਂਭਣ? ਨਹੀਂ, ਉਹ ਤਾਂ ਨਿਸ਼ਾਨਾ ਆ, ਵੇਖੋ ਨਾ ਅਸੀਂ ਪਿੰਡਾਂ ਦੇ ਵਿੱਚ ਡਿਊਟੀਆਂ ਲਾਤੀਆਂ, ਬੜਾ ਆਪੋ ਧਾਪੜ, ਕਦੇ ਇੱਕ ਪਿੰਡ ਤੋਂ 100 ਬੰਦਾ ਆ ਜਾਂਦਾ ਸੀ, 50 ਬੰਦੇ ਆ ਜਾਂਦੇ ਸੀ, ਸਾਨੂੰ ਸੰਭਾਲਣ ਵਿੱਚ ਲੰਗਰਾਂ ਵਿੱਚ ਮੁਸ਼ਕਲ ਆਉਂਦੀ ਸੀ। ਅਸੀਂ ਸਿਸਟਮ ਹੀ ਐਸਾ ਬਣਾਤਾ, ਸਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਵਾਢੀ ਦੀ ਨਾ ਇੱਥੋਂ ਰਹਿਣ ਸਹਿਣ ਦੀ। ਅਸੀਂ ਜਥੇਬੰਦਕ ਅੱਜ ਜਿੱਥੇ ਅਸੀਂ ਬੈਠੇ ਆ ਬਹੁਤ ਸਾਰੇ ਪਿੰਡ, ਇੱਕ ਜ਼ਿਲ੍ਹੇ ਪਟਿਆਲੇ ਦਾ ਉਹ ਜਥਾ ਆਇਆ ਸੀ, ਅੱਜ ਉਹਨਾਂ ਨੇ ਜਾਣਾ ਹੈ, ਉੱਥੋਂ ਇੱਕ ਗੱਡੀ ਚੱਲ ਪਈ, ਉਹ ਇੱਥੇ ਛੱਡ ਕੇ ਆਏਗੀ। ਇਸੇ ਤਰ੍ਹਾਂ ਸਾਰਾ ਪੰਜਾਬ ਦਾ ਸਿਸਟਮ ਬਣ ਗਿਆ, ਹਰਿਆਣੇ ਦਾ ਬਣ ਗਿਆ, ਸਾਰੇ ਜਿਹੜੇ ਸੂਬੇ ਜ਼ਬਰਦਸਤ ਦਿੱਲੀ ਦੇ ਆਲੇ ਦੁਆਲੇ ਹੈਗੇ ਨੇ, UP ਹੈ, ਮੱਧ ਪ੍ਰਦੇਸ਼ ਹੈ, ਰਾਜਸਥਾਨ ਹੈ, ਇਸ ਤਰ੍ਹਾਂ ਅਸੀਂ ਅੱਗੇ ਵਧ ਰਹੇ ਹਾਂ।
ਤੇ ਇਹ ਭਾਰਤ ਬੰਦ ਇਹ ਬਹੁਤ ਬੀਜੇਪੀ ਦਾ ਜਿਹੜਾ ਭਰਮ ਭੁਲੇਖਾ ਹੈ, ਜਾਂ ਵਿਸ਼ੇਸ਼ ਕਰਕੇ ਪ੍ਰਧਾਨ ਮੰਤਰੀ ਜਿਹੜਾ ਵਾਰ-ਵਾਰ ਕਹਿੰਦਾ ਹੈ, ਇਹ ਤਾਂ ਥੋੜ੍ਹਾ ਜਿਹਾ ਹਿੱਸਾ ਹੈ ਦੇਸ਼ ਦਾ। ਇਹ ਅੰਦੋਲਨ ਦੇ ਵਿੱਚ ਕੁੱਦੇ ਹੋਏ ਨੇ ਲੋਕ, ਕੱਲ੍ਹ ਨੂੰ ਪਤਾ ਲੱਗ ਜਾਊਗਾ ਭਾਰਤ ਸਰਕਾਰ ਨੂੰ ਵੀ ਕੁਝ ਥੋੜ੍ਹਾ ਹਿੱਸਾ ਜਾਂ ਪੂਰਾ ਦੇਸ਼ ਇਸ ਕਿਸਾਨ ਅੰਦੋਲਨ ਦਾ ਇੱਕ ਮਦਈ ਬਣ ਗਿਆ ਵੀ ਇਹਨੂੰ ਜਿੱਤੇ ਬਗੈਰ ਲੋਕ ਸ਼ਾਂਤ ਨਹੀਂ ਹੋਣਗੇ। ਔਰ ਲੋਕਾਂ ਨੂੰ ਇਹ ਪਤਾ ਲੱਗ ਗਿਆ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਐਡੀਆਂ ਜਾਬਰ ਫੈਸਲੇ ਤੇ ਵਿਚਾਰ ਕਰਨਾ, ਫੈਸਲੇ ਕਾਲ ਨਾਲ ਲਏ ਜਾ ਸਕਦੇ ਨੇ। ਉਹਨਾਂ ਫੈਸਲਿਆਂ ਦੇ ਉੱਤੇ ਐਵੇਂ ਹਿੱਕ ਥਾਪੜੀ ਜਾਣੀ, ਮੇਰੀ ਇੰਨੀ ਚੌੜੀ ਛਾਤੀ ਹੈ, ਮੈਂ ਕਦੇ ਝੁਕਦਾ ਨਹੀਂ, ਮੈਂ ਦਬਦਾ ਨਹੀਂ। ਦਬਣ ਦੀ ਇਹਦੇ 'ਚ ਕਿਹੜੀ ਗੱਲ ਹੈ? ਕਾਲ ਨਾਲ ਕੋਈ ਫੈਸਲੇ ਲਏ ਜਿਹੜਾ ਬਾਰ-ਬਾਰ ਇਹ ਰਾਗ ਲਾਪਦਾ ਹੈ ਵੀ ਇਹ ਕਾਨੂੰਨ ਬਣ ਗਿਆ, ਆਰਡੀਨੈਂਸ ਆਪਣੇ ਬਿੱਲ ਦਾ ਰੂਪ ਧਾਰ ਕੇ ਰਾਸ਼ਟਰਪਤੀ ਸਾਈਨ ਕਰਤਾ, ਪਾਰਲੀਮੈਂਟ ਰਾਜ ਸਭਾ 'ਚੋਂ ਪਾਸ ਹੋ ਕੇ। ਇਹ ਕੋਈ ਧਾਰਮਿਕ ਗ੍ਰੰਥ ਨਹੀਂ ਹੈਗਾ ਜਿਹਦੇ 'ਤੇ ਕੋਈ ਦੁਬਾਰਾ ਵਿਚਾਰ ਦੀ ਹੋ ਸਕਦੀ। ਬਹੁਤ ਸਾਰੀਆਂ ਪਹਿਲਾਂ ਹੋ ਚੁੱਕਿਆ, ਜਿਹੜੇ ਕਾਲ ਨਾਲ ਪ੍ਰਧਾਨ ਮੰਤਰੀਆਂ ਨੇ ਫੈਸਲੇ ਲਏ ਉਹ ਬਦਲੇ ਜਾ ਚੁੱਕੇ ਨੇ। ਸੰਵਿਧਾਨ ਆਗਿਆ ਦਿੰਦਾ ਬਦਲਣ ਦੀ ਵੀ, ਫੈਸਲੇ ਕਰਨ ਦੀ ਵੀ। ਸੋ ਇਹ ਸਾਡਾ ਬੜਾ ਵਿਸ਼ਵਾਸ ਵੱਡਾ ਹੈ। ਅਸੀਂ ਇਹ ਅੰਦੋਲਨ ਤਕਰੀਬਨ ਹੁਣ ਭਾਰਤ ਸਰਕਾਰ ਦੀ ਛਾਤੀ ਦੇ ਉੱਤੇ ਪੂਰੇ ਪੈਰ ਜਮਾਏ ਹੋਏ ਨੇ। ਅਸੀਂ ਕਿਸੇ ਵੀ ਟਾਈਮ 'ਤੇ ਪਟਾਕਾ ਪੈ ਸਕਦਾ ਹੈ। ਪਟਾਕੇ ਦਾ ਮਤਲਬ ਪ੍ਰਧਾਨ ਮੰਤਰੀ ਸਿੱਧਾ ਹੋ ਸਕਦਾ ਹੈ। ਔਰ ਪ੍ਰਧਾਨ ਮੰਤਰੀ ਅਸੀਂ ਇਹ ਨਹੀਂ ਚਾਹੁੰਦੇ ਵੀ ਸਾਡੇ ਨਾਲ ਮੀਟਿੰਗ ਕਰੇ, ਸਾਨੂੰ ਚਾਹ ਦਾ ਕੱਪ ਦੇਵੇ, ਫਿਰ ਐਲਾਨ ਕਰੇ। ਉਹ ਐਲਾਨ ਕਰਦੇ ਅਸੀਂ ਚਲੇ ਜਾਵਾਂਗੇ। ਤੁਸੀਂ ਕਹਿੰਦੇ ਹੋ ਕਿਸੇ ਵੇਲੇ ਵੀ ਐਲਾਨ ਹੋ ਸਕਦਾ ਆ, ਪਰ 5 ਸਟੇਟਾਂ 'ਚ ਇਲੈਕਸ਼ਨ ਹੋ ਰਹੇ ਆ। ਬੀਜੇਪੀ ਦੇ ਮੰਤਰੀ ਕਹਿ ਰਹੇ ਆ ਕੁਝ ਕੁ ਕਿਸਾਨ ਸਾਡਾ ਕੀ ਵਿਗਾੜ ਲੈਣਗੇ ਇੱਥੇ ਤੇ ਕੀ ਇਲੈਕਸ਼ਨ। ਨਹੀਂ, ਉਹ ਪਟਾਕੇ ਦਾ ਨਾਮ ਤਾਂ ਹੀ ਲਿਆ ਨਾ ਜੋ ਰਿਪੋਰਟਾਂ ਉਹਨਾਂ ਕੋਲ ਪੁੱਜ ਰਹੀਆਂ ਨੇ ਨਾ, ਉਹ ਪਟਾਕੇ ਵਾਲੀਆਂ ਨੇ। ਹੋ ਸਕਦਾ ਕਿ ਥੋੜ੍ਹਾ ਬੜਾ ਸ਼ਾਂਤ ਕਰਨ ਵਾਸਤੇ ਪਟਾਕਾ ਪਾ ਦੇ, ਲਓ ਕਿਸਾਨੋ ਤੁਹਾਡੀਆਂ ਮੰਗਾਂ ਮੈਂ ਮੰਨ ਲਈਆਂ, ਉੱਥੇ ਕੋਈ 2-3% ਉਹਦੀਆਂ ਵੋਟਾਂ ਬਚ ਜਾਣ। ਇਸ ਤਰ੍ਹਾਂ ਅਸੀਂ ਵਿਸ਼ਵਾਸ ਰੱਖਣਾ, ਮੈਂ ਰਾਜਨੀਤਿਕ ਸਮਝ ਰੱਖਦਾ ਬੰਦਾ। 5 ਸਟੇਟਾਂ 'ਚ ਇਲੈਕਸ਼ਨ ਹੋ ਰਹੀ ਆ, ਬੀਜੇਪੀ ਦੇ ਮੰਤਰੀ ਕਹਿ ਰਹੇ ਥੋੜ੍ਹੇ ਜਿਹੇ ਜਿਹੜੇ ਕਿਸਾਨ ਆਉਂਦੇ ਸਾਡਾ ਕੀ ਵਿਗਾੜ ਲੈਣਗੇ, ਇਹਨਾਂ ਦਾ ਕੋਈ ਨਹੀਂ, ਉਹ ਤਾਂ ਐਵੇਂ ਕਹਿਣਗੇ। ਕੋਈ ਵੀ ਬੰਦਾ ਇਹ ਤਾਂ ਨਹੀਂ ਕਹਿੰਦਾ, ਆਪਣੇ ਮੂੰਹ ਕਹਿੰਦਾ ਕੋਈ। ਪ੍ਰਧਾਨ ਮੰਤਰੀ ਕੱਲ੍ਹ ਵੀ ਉਹਦਾ ਬਿਆਨ ਇੱਕ ਆਇਆ ਹੈ, ਵਾਹ ਘਬਰਾਹਟ 'ਚ ਆਇਆ ਹੈ, ਕਹਿੰਦਾ ਹੈ ਥੋੜ੍ਹੇ ਦਿਨਾਂ ਨੂੰ ਇਹਨਾਂ ਨੂੰ ਪਤਾ ਲੱਗ ਜਾਏਗਾ ਮੇਰੇ ਜਿਹੜੇ ਕਾਨੂੰਨ ਨੇ ਦੇਸ਼ ਪੱਖੀ ਕਿਸਾਨ ਪੱਖੀ ਨੇ। ਇਹ ਘਬਰਾਹਟ ਦੀਆਂ ਸਾਰੀਆਂ ਗੱਲਾਂ ਨੇ। ਜਦੋਂ ਟੇਬਲ ਦੇ ਉੱਤੇ ਮੰਨ ਚੁੱਕੇ ਨੇ ਸੋਧਾ ਕਰਾ ਲਓ, ਫਿਰ ਹੀ ਉਹ ਜੇ ਪ੍ਰਧਾਨ ਮੰਤਰੀ ਐਡਾ ਦੇਸ਼ ਦਾ ਜ਼ਿੰਮੇਵਾਰ ਬੰਦਾ ਹੁੰਦਾ, ਫਿਰ ਉਹ ਕਿਉਂ ਕਹਿੰਦਾ ਮੇਰੇ ਕਾਨੂੰਨ ਚੰਗੇ ਨੇ? ਜਦੋਂ ਟੇਬਲ ਦੇ ਉੱਤੇ ਸਰਕਾਰੀ ਮੀਟਿੰਗਾਂ ਦੇ ਏਜੰਡੇ ਆਏ ਸਾਨੂੰ ਲੱਗ ਕੇ, ਅਸੀਂ ਉਹਨਾਂ ਨੂੰ ਹਰਾਤਾ। ਉਹ ਵਾਰ-ਵਾਰ ਇਹ ਕਹਿੰਦੇ ਨੇ ਵੀ ਡੱਬਾ ਰਹਿਣ ਦਿਓ ਸਾਡੇ ਕੋਲ, ਦੂਜਾ ਸਾਰੀਆਂ ਸੋਧਾ ਕਰਾ ਲਓ, ਫਿਰ ਹੀ ਉਹ ਜੇ ਬਿਆਨ ਕਿਉਂ ਦਿੰਦਾ ਹੈ? ਇਹ ਸਨ ਸਤਨਾਮ ਸਿੰਘ ਜੀ, ਇਹਨਾਂ ਨੇ ਦੱਸਿਆ ਕਿ ਕੱਲ੍ਹ ਦਾ ਭਾਰਤ ਬੰਦ ਮੋਦੀ ਸਰਕਾਰ ਦੀਆਂ ਚੂਲਾਂ ਹਿਲਾ ਦੇਵੇਗਾ ਅਤੇ ਕਿਤੇ ਨਾ ਕਿਤੇ ਕਿਸਾਨਾਂ ਦੇ ਬਿੱਲ ਮਾਫ ਕਰਨ ਦੇ ਲਈ ਮੋਦੀ ਸਰਕਾਰ ਨੂੰ ਝੁਕਣਾ ਪਵੇਗਾ। ਨਾਲ ਹੀ ਉਹਨਾਂ ਨੇ ਲੱਖੇ ਸਿਧਾਣੇ ਤੇ ਵੀ ਤੰਜ ਕੱਸਦੇ ਕਿਹਾ ਕਿ ਲੱਖਾ ਸਿਧਾਣਾ ਇਹ ਕੋਈ ਜਥੇਬੰਦੀ ਨਹੀਂ ਹੈ, ਇੱਕ ਬੰਦੇ ਦੇ ਲਈ ਸੰਯੁਕਤ ਕਿਸਾਨ ਮੋਰਚੇ ਨੂੰ ਸੋਚਣ ਦੇ ਲਈ ਇੰਨੀ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਅਮਰੀਕ ਕੁਮਾਰ, ਗਲੋਬਲ ਪੰਜਾਬ ਟੀਵੀ, ਸਿੰਘੂ ਬਾਰਡਰ, ਦਿੱਲੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।